ਸਾਰੇ ਵਿਦਿਆਰਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਐਮਏ ਪ੍ਰੀਵੀਅਸ ਪੰਜਾਬੀ ਦੇ ਸਟੂਡੈਂਟਸ, ਬੇਟਾ ਜੀ ਅੱਜ ਅਸੀਂ ਜਿਹੜਾ ਟੌਪਿਕ YouTube ਤੇ ਡਿਸਕਸ ਕਰਨਾ ਹੈ ਉਹ ਤੁਹਾਡੇ ਮੱਧਕਾਲੀ ਪੰਜਾਬੀ ਕਵਿਤਾ, ਜਿਹੜਾ ਤੁਹਾਡਾ ਪਹਿਲਾ ਪੇਪਰ ਹੈ ਐਮਏ ਪ੍ਰੀਵੀਅਸ ਪੰਜਾਬੀ ਦਾ, ਉਹਦੇ ਨਾਲ ਸੰਬੰਧਿਤ ਹੈ। ਤੇ ਤੁਹਾਡੇ ਪੇਪਰ ਦਾ ਨਾਮ ਕੀ ਹੈ? ਮੱਧਕਾਲੀ ਪੰਜਾਬੀ ਕਵਿਤਾ। ਤੇ ਆਮ ਤੌਰ ਤੇ ਬੇਟਾ ਤੁਸੀਂ ਜਦੋਂ BA ਫਾਈਨਲ ਕਰਕੇ ਆਏ ਨਾ, ਉਸ ਵੇਲੇ ਤੁਸੀਂ ਜੋ ਹੈ ਪੰਜਾਬੀ ਸਾਹਿਤ ਦਾ ਇਤਿਹਾਸ ਤੁਸੀਂ ਪੜ੍ਹ ਕੇ ਆਏ ਹੋ ਤੇ ਤੁਹਾਨੂੰ ਯਾਦ ਹੋਏਗਾ ਕਿ ਮੱਧਕਾਲ ਦਾ ਜਿਹੜਾ ਸਮਾਂ ਹੈ ਨਾ, ਉਸ ਸਮੇਂ 'ਚ ਜੋ ਹੈ ਬਹੁਤ ਸਾਰਾ ਲਿਟਰੇਚਰ ਅਜਿਹਾ ਲਿਖਿਆ ਗਿਆ ਜਿਹੜਾ ਧਰਮ ਨਾਲ ਸੰਬੰਧਿਤ ਸੀਗਾ, ਜਿਹਦੀ ਜੋ ਸੁਰ ਹੈ ਧਾਰਮਿਕਤਾ ਨਾਲ ਸੰਬੰਧਿਤ ਸੀਗੀ, ਜਿਹਦੀ ਸੁਰ ਰਹੱਸਵਾਦ ਨਾਲ ਸੰਬੰਧਿਤ ਸੀਗੀ। ਤੇ ਰਹੱਸਵਾਦ ਤੇ ਅਧਿਆਤਮਵਾਦ ਇੱਕੋ ਹੀ ਗੱਲ ਹੁੰਦੀ ਹੈ, ਇਹ ਕੋਈ ਵੱਖਰੀਆਂ ਗੱਲਾਂ ਨਹੀਂ। ਤੇ ਪਹਿਲਾਂ ਜੋ ਹੈ ਸਭ ਤੋਂ ਪਹਿਲਾਂ ਤੇ ਅਸੀਂ ਇਹਦੇ ਨਾਮ ਨੂੰ ਹੀ ਤੋੜ ਕੇ ਵੇਖ ਲਈਏ। ਮੱਧਕਾਲੀ ਪੰਜਾਬੀ ਕਾਵ। ਮੱਧਕਾਲ ਮੀਨਸ ਵਿਚਕਾਰਲਾ, ਪੰਜਾਬੀ ਮੀਨਸ ਪੰਜਾਬੀ, ਕਾਵ ਮੀਨਸ ਪੋਇਟਰੀ। ਤੇ ਬੇਟਾ ਇਹ ਵੀ ਗੱਲ ਮੈਂ ਤੁਹਾਨੂੰ ਪਹਿਲਾਂ ਬਹੁਤ ਸਾਰੀ ਵੀਡੀਓਜ਼ ਵਿੱਚ ਦੱਸੀ ਹੈਗੀ ਹੈ ਕਿ ਸਾਡਾ ਜਿਹੜਾ ਲਿਟਰੇਚਰ ਹੈ ਉਹਦੇ 'ਚ ਮੈਂ ਇਹ ਨਹੀਂ ਕਹੂੰਗੀ ਕਿ ਸਿਰਫ ਪੰਜਾਬੀ ਦਾ, ਉਹਦੇ 'ਚ ਹਿੰਦੀ ਵੀ, ਅੰਗਰੇਜ਼ੀ ਵੀ ਅਤੇ ਹੋਰ ਜਿਹੜੀਆਂ ਵੀ ਭਾਸ਼ਾਵਾਂ ਵਿੱਚ ਲਿਟਰੇਚਰ ਸਾਰੀਆਂ 'ਚ ਹੀ ਲਿਖਿਆ ਜਾਂਦਾ ਹੈ। ਜਿਹੜਾ ਵੀ ਲਿਟਰੇਚਰ ਲਿਖਿਆ ਜਾਂਦਾ ਹੈ ਨਾ, ਉਹਦੇ 'ਚ ਸਭ ਤੋਂ ਪਹਿਲਾਂ ਜੋ ਹੈ ਨਾ ਪੋਇਟਰੀ ਹੋਂਦ ਵਿੱਚ ਆਈ, ਕਵਿਤਾ ਹੋਂਦ ਵਿੱਚ ਆਈ। ਠੀਕ ਹੈ ਨਾ, ਵਾਰਤਕ ਹੋਂਦ ਵਿੱਚ ਨਹੀਂ ਆਈ, ਸਭ ਤੋਂ ਪਹਿਲਾਂ ਕਵਿਤਾ ਹੋਂਦ ਵਿੱਚ ਆਈ। ਜਿਤਨਾ ਵੀ ਲਿਟਰੇਚਰ ਲਿਖਿਆ ਜਾਂਦਾ ਸੀਗਾ ਉਹ ਪੋਇਟਰੀ ਨਾਲ ਸੰਬੰਧਿਤ, ਪੋਇਟਰੀ ਹੀ ਉਹਦਾ ਰੂਪ ਹੁੰਦੀ ਸੀ, ਕਵਿਤਾ ਹੀ ਉਹਦਾ ਰੂਪ ਹੁੰਦੀ ਸੀ। ਤੁਹਾਨੂੰ ਯਾਦ ਹੋਏ ਜੇਕਰ ਜਦੋਂ ਤੁਸੀਂ BA ਕਰਦੇ ਸੀਗੇ ਅਤੇ ਸ਼ੇਕਸਪੀਅਰ ਦੇ ਨਾਟਕ ਕੋਈ ਨਾ ਕੋਈ BA ਦੀ ਕਲਾਸ ਵਿੱਚ ਜ਼ਰੂਰ ਲੱਗਾ ਹੁੰਦਾ ਹੈ। ਹੈਮਲੈਟ, ਕਿੰਗ ਲੀਅਰ, ਕੋਈ ਵੀ ਨਾਟਕ ਜੋ ਹੈ ਉਹ ਜ਼ਰੂਰ ਲੱਗਾ ਹੁੰਦਾ ਹੈ BA ਦੀ ਕਲਾਸਿਸ ਨੂੰ। ਅਤੇ ਤੁਹਾਨੂੰ ਇਹ ਵੀ ਯਾਦ ਹੋਏਗਾ ਕਿ ਟੀਚਰ ਤੁਹਾਨੂੰ ਉਹਦੀ ਵਿਆਖਿਆ ਕਰਾਉਂਦੇ ਹੁੰਦੇ ਸੀਗੇ। ਉਂਝ ਹੈ ਉਹ ਨਾਟਕ ਪਰ ਪੋਇਟਰੀ ਦੇ ਰੂਪ ਵਿੱਚ ਲਿਖੇ ਜਾਂਦੇ ਸੀਗੇ ਅਤੇ ਟੀਚਰ ਤੁਹਾਨੂੰ ਉਹਦੀ ਵਿਆਖਿਆ ਕਰਾਉਂਦੇ ਸੀਗੇ। ਅਤੇ ਉਸੇ ਵੇਲੇ ਜਦੋਂ ਉੱਧਰ ਸ਼ੇਕਸਪੀਅਰ ਹੁੰਦਾ ਯੂਰਪ ਵਿੱਚ ਅਤੇ ਇੱਧਰ ਜੋ ਹੈ ਸਾਡੇ ਗੁਰੂ ਨਾਨਕ ਦੇਵ ਜੀ ਦਾ ਸਮਾਂ ਹੈ ਉਸ ਵੇਲੇ, ਅਤੇ ਉਹ ਮੱਧਕਾਲ ਦਾ ਸਮਾਂ ਹੈ। ਹੁਣ ਅਸੀਂ ਵੇਖ ਲਈਏ ਬੇਟਾ ਕਿ 3 ਸਾਨੂੰ ਇਹਦੇ 'ਚ ਯੂਨਿਟ 4 ਨੇ, ਪਰ ਜਿਹੜੀਆਂ ਬੁੱਕਸ ਨੇ ਉਹ ਤੁਹਾਡੀਆਂ 3 ਨੇ ਇਸ ਪੇਪਰ ਵਿੱਚ। ਗੁਰੂ ਨਾਨਕ ਦੇਵ ਜੀ ਦਾ ਜਪਜੀ ਸਾਹਿਬ ਹੈ, ਭਗਤ ਕਬੀਰ ਦੀ ਬਾਣੀ ਹੈ ਅਤੇ ਬਾਬਾ ਫਰੀਦ ਦੀ ਬਾਣੀ ਹੈ। ਇਹਦੇ 'ਚ ਜਦੋਂ ਤੁਸੀਂ ਇਹਨਾਂ ਨੂੰ ਸੀਕਵੈਂਸ ਵਾਈਜ਼ ਵੇਖੋਗੇ ਤਾਂ ਬਾਬਾ ਫਰੀਦ ਸਭ ਤੋਂ ਉੱਪਰ ਆਉਂਦਾ ਹੈ। 12ਵੀਂ ਸਦੀ ਦਾ ਸਮਾਂ ਹੈ ਬਾਬਾ ਫਰੀਦ ਦਾ, ਠੀਕ ਹੈ ਨਾ। ਫਿਰ ਉਹਦੇ ਤੋਂ ਬਾਅਦ ਕਬੀਰ ਸਾਹਿਬ ਨੇ 14ਵੀਂ ਸਦੀ ਦੇ, 15ਵੀਂ ਸਦੀ ਦੇ ਬਾਬਾ ਨਾਨਕ ਨੇ। ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਜਿੰਨੀ ਵੀ ਉਹਨਾਂ ਨੇ ਲਿਖੀ। ਅਤੇ ਤੁਹਾਨੂੰ ਜੋ ਹੈ ਜੋ ਸਭ ਤੋਂ ਪਹਿਲਾ ਕੁਐਸਚਨ ਹੈ, ਜੋ ਸਭ ਤੋਂ ਪਹਿਲਾ ਯੂਨਿਟ ਹੈ, ਉਹਦੇ 'ਚ ਆਮ ਤੌਰ 'ਤੇ ਕਿਹੜਾ ਕੁਐਸਚਨ ਆ ਜਾਂਦਾ ਹੈ ਕਿ ਮੱਧਕਾਲੀ ਪੰਜਾਬੀ ਕਾਵ ਤੋਂ ਕੀ ਭਾਵ ਹੈ, ਇਸ ਦੀਆਂ ਮੂਲ ਪ੍ਰਵਿਰਤੀਆਂ ਕਿਹੜੀਆਂ ਹਨ। ਮਤਲਬ ਕਿ ਜਦੋਂ ਮੱਧਕਾਲੀ ਪੰਜਾਬੀ ਕਾਵ ਆ ਜਾਏ ਨਾ, ਉਸ ਵੇਲੇ ਜੋ ਹੈ ਸਾਰਾ ਹੀ ਜਿਹੜੇ ਆਪਣੇ 3 ਯੂਨਿਟ ਨੇ ਨਾ, ਉਹ ਤਿੰਨੇ ਇਹਦੇ 'ਚ ਆ ਜਾਂਦੇ ਨੇ। ਬਾਬਾ ਫਰੀਦ ਜੋ ਹੈ ਉਹ ਬੇਸ਼ੱਕ ਬਾਬਾ ਫਰੀਦ 12ਵੀਂ ਸਦੀ 'ਚ ਹੋਏ, ਪਰ ਜਦੋਂ ਉਹਨਾਂ ਦੀ ਲਿਖੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਐਡ ਕੀਤਾ ਗਿਆ, ਗੁਰੂ ਅਰਜਨ ਦੇਵ ਜੀ ਨੇ ਐਡ ਕੀਤਾ 1605 ਈਸਵੀ ਵਿੱਚ, ਉਹ ਜੋ ਹੈ ਗੁਰੂ ਨਾਨਕ ਕਾਲ ਦੇ ਸਮੇਂ 'ਚ ਇੱਕ ਲਿਖਤੀ ਰੂਪ ਧਾਰਨ ਕਰਦੀ ਹੈ। ਹੁਣ ਬੇਟਾ ਇੱਥੇ ਅਸੀਂ ਇੱਕ ਗੱਲ ਇਹ ਵੀ ਕਰ ਲਈਏ ਕਿ ਕੋਈ ਵੀ ਜਿਹੜਾ ਵੀ ਲਿਟਰੇਚਰ ਹੁੰਦਾ ਹੈ ਨਾ, ਉਹ ਨਾ ਕਾਲਵੰਡ ਦੇ ਅਨੁਸਾਰ ਹੀ ਉਹਨੂੰ ਵੇਖਿਆ ਜਾਂਦਾ ਹੈ ਕਿ ਇਹ ਨਾ ਕਿਹੜੇ ਸਮੇਂ 'ਚ ਲਿਖਿਆ ਗਿਆ। ਅਤੇ ਸਾਰਾ ਹੀ ਜਿਹੜਾ ਲਿਟਰੇਚਰ ਹੈ ਉਹਦੀ ਕਾਲਵੰਡ ਕੀਤੀ ਗਈ ਹੁੰਦੀ ਹੈ। ਹੁਣੇ ਮੈਂ ਤੁਹਾਨੂੰ ਜੋ ਹੈ ਕਿਸ ਤਰ੍ਹਾਂ ਨਾਲ ਇਹਨਾਂ ਦੀ ਕਾਲਵੰਡ, ਸਾਰੇ ਵੱਖ ਵਿਦਵਾਨ ਨਾ ਵੱਖਰੇ ਢੰਗ ਨਾਲ ਇਹਨਾਂ ਦੀ ਕਾਲਵੰਡ ਕਰਦੇ ਨੇ। ਅਤੇ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਅਤੇ ਡਾਕਟਰ ਪਰਮਿੰਦਰ ਸਿੰਘ ਜੋ ਹੈ ਸਾਹਿਤ ਦੀ ਕਾਲਵੰਡ ਕਿਵੇਂ ਕਰਦੇ ਨੇ, ਪਹਿਲਾਂ ਉਹਨੂੰ ਵੇਖ ਲਈਏ ਥੋੜ੍ਹਾ ਜਿਹਾ। ਡਾਕਟਰ ਕਿਰਪਾਲ ਸਿੰਘ ਕਸੇਲ ਜੋ ਹੈ ਉਹ ਕਿਵੇਂ ਕਾਲਵੰਡ ਕਰਦੇ ਨੇ ਪੰਜਾਬੀ ਸਾਹਿਤ ਦੇ ਇਤਿਹਾਸ ਦੀ। ਆਦਿ ਕਾਲ ਜਾਂ ਨਾਥਾਂ ਜੋਗੀਆਂ ਦਾ ਸਮਾਂ, ਕਦੋਂ ਤੋਂ ਲੈ ਕੇ 850 ਤੋਂ ਲੈ ਕੇ 1520 ਤੱਕ ਦਾ ਜਿਹੜਾ ਸਮਾਂ ਹੈ ਨਾ, ਡਾਕਟਰ ਕਿਰਪਾਲ ਸਿੰਘ ਕਸੇਲ ਅਤੇ ਪਰਮਿੰਦਰ ਸਿੰਘ ਜਿਹੜੇ ਨੇ ਨਾ, ਉਹ ਉਹਨਾਂ ਨੂੰ ਨਾਥਾਂ ਜੋਗੀਆਂ ਅਤੇ ਜਾਂ ਆਦਿ ਕਾਲ ਦਾ ਨਾਮ ਦਿੰਦੇ ਨੇ। ਉਹਦੇ ਤੋਂ ਬਾਅਦ ਜੋ ਹੈ ਸੁਨਹਿਰੀ ਕਾਲ ਕਿਉਂ ਕਿਹਾ ਜਾਂਦਾ ਹੈ? ਇਹ ਵਾਲਾ ਤੁਸੀਂ ਬੇਟਾ ਕੁਐਸਚਨ BA ਫਾਈਨਲ ਵਿੱਚ ਕਰਕੇ ਆਏ ਹੋ ਕਿ ਗੁਰੂ ਨਾਨਕ ਕਾਲ ਨੂੰ ਸੁਨਹਿਰੀ ਕਾਲ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਬਹੁਤ ਜ਼ਿਆਦਾ
ਲਿਟਰੇਚਰ ਇਸ ਸਮੇਂ 'ਚ ਹੋਂਦ ਵਿੱਚ ਆਇਆ। ਅਤੇ ਸਭ ਤੋਂ ਵੱਡੀ ਗੱਲ, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੋਈ ਇਸ ਵੇਲੇ 'ਚ, ਅਤੇ ਇਸ ਲਈ ਜੋ ਹੈ ਇਹਨੂੰ ਜੋ ਹੈ ਸੁਨਹਿਰੀ ਕਾਲ ਕਿਹਾ ਜਾਂਦਾ ਹੈ। ਅਤੇ ਐਸੇ ਕਾਲ ਦਾ ਨਾਲ ਸੰਬੰਧਿਤ ਜੋ ਹੈ ਸਾਡਾ ਪੇਪਰ ਹੈ ਇਹ ਵਾਲਾ ਮੱਧਕਾਲੀ ਪੰਜਾਬੀ ਕਵਿਤਾ। 1520 ਤੋਂ ਲੈ ਕੇ 1708 ਤੱਕ ਇਹਦਾ ਸਮਾਂ ਮੰਨਿਆ ਜਾਂਦਾ ਹੈ। ਉਹਦੇ ਤੋਂ ਬਾਅਦ ਤੀਜਾ ਜਿਹੜਾ ਕਾਲ ਹੈ ਉਹਨੂੰ ਕਿਹਾ ਜਾਂਦਾ ਹੈ ਮੁਗਲ ਰਾਜ ਦੀ ਅਧੋਗਤੀ ਦਾ ਸਮਾਂ। ਜਦੋਂ ਮੁਗਲ ਕਾਲ ਜੋ ਹੈ ਢਹਿੰਦੀ ਕਲਾ ਵਿੱਚ ਸੀਗਾ, ਉਸ ਵੇਲੇ ਦਾ ਸਮਾਂ 1708 ਤੋਂ ਲੈ ਕੇ 1800 ਈਸਵੀ ਤੱਕ ਦਾ। ਅਤੇ ਚੌਥਾ ਜੋ ਹੈ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ, ਜਿਹਨੂੰ ਕਿਹਾ ਜਾਂਦਾ ਹੈ 1800 ਤੋਂ ਲੈ ਕੇ 1860 ਤੱਕ ਦਾ ਸਮਾਂ। ਇਸ ਤਰ੍ਹਾਂ ਜੋ ਹੈ ਇਹਨਾਂ ਦੀ ਕਾਲਵੰਡ ਕੀਤੀ ਜਾਂਦੀ ਹੈ। ਅਤੇ ਜਿਹੜਾ ਨੰਬਰ 2 'ਤੇ ਹੈ ਸੁਨਹਿਰੀ ਕਾਲ ਜਾਂ ਗੁਰੂ ਨਾਨਕ ਕਾਲ, ਇਹਦੇ ਨਾਲ ਸੰਬੰਧੀ ਜੋ ਹੈ ਸਾਡਾ ਪੇਪਰ ਹੈ। ਪੰਜਵੇਂ ਨੰਬਰ 'ਤੇ ਬੇਟਾ ਜੋ ਹੈ ਆਧੁਨਿਕ ਕਾਲ ਹੈ, ਜੋ 1860 ਤੋਂ ਲੈ ਕੇ ਹੁਣ ਤੱਕ ਚੱਲ ਰਿਹਾ ਹੈ। 1860 ਤੋਂ ਲੈ ਕੇ ਇੱਕ ਵਾਰ 1947 ਤੱਕ ਜੋ ਹੈ ਇੱਕ ਕਾਲ ਚੱਲਦਾ ਹੈ, ਅਤੇ ਉਹਦੇ ਤੋਂ ਬਾਅਦ ਇਹਦਾ ਦੂਜਾ ਕਾਲ ਆਧੁਨਿਕ ਕਾਲ ਦਾ ਸੈਕਿੰਡ ਪਾਰਟ ਸ਼ੁਰੂ ਹੋ ਜਾਂਦਾ ਹੈ। ਜਿਵੇਂ ਪੱਛਮ ਦਾ ਪ੍ਰਸਿੱਧ ਵਿਦਵਾਨ ਰੈਨੇਵੈਲ ਕੀ ਆਖਦਾ ਹੈ ਕਿ ਕਾਲਵੰਡ ਤੋਂ ਬਿਨਾਂ ਸਾਹਿਤ ਦਾ ਇਤਿਹਾਸ ਘਟਨਾਵਾਂ ਦੀ ਅੰਧ ਵਿਵਸਥਾ ਦਾ ਸਮੂਹ, ਮਨਮਰਜ਼ੀ ਦਾ ਨਾਮਕਰਨ ਅਤੇ ਸਾਹਿਤ ਦਾ ਦਿਸ਼ਾਹੀਨ ਪ੍ਰਵਾਹ ਹੋ ਜਾਂਦਾ ਹੈ। ਮਤਲਬ ਕਿ ਰੈਨੇਵੈਲਕ ਦਾ ਕਹਿਣ ਤੋਂ ਭਾਵ ਹੈ ਕਿ ਸਾਹਿਤ ਦਾ ਜਿਵੇਂ ਇਹ ਲਿਟਰੇਚਰ ਦਾ ਇਤਿਹਾਸ ਹੈ ਨਾ, ਇਹ ਸਾਰਾ ਜਿਹਦੇ ਉੱਪਰ ਕਾਲਵੰਡ ਕੀਤੀ ਗਈ ਹੈ, ਇਹ ਜੋ ਹੈ ਇਹਦੀਆਂ ਜਿਹੜੀਆਂ ਘਟਨਾਵਾਂ ਨੇ ਨਾ ਉਹ ਅੰਧ ਵਿਵਸਥਾ ਦਾ ਸਮੂਹ ਬਣ ਜਾਂਦੀਆਂ ਨੇ ਜੇਕਰ ਇਹਨਾਂ ਦੀ ਕਾਲਵੰਡ ਨਾ ਕੀਤੀ ਜਾਏ। ਮਤਲਬ ਕਿ ਬੇਟਾ ਤੁਸੀਂ ਇਹ ਵੇਖ ਲਓ ਕਿ ਜਦੋਂ ਤੋਂ 12ਵੀਂ ਸਦੀ ਤੋਂ ਵੀ ਪਹਿਲਾਂ ਨਾਥਾਂ ਜੋਗੀਆਂ ਦਾ ਲਿਟਰੇਚਰ ਲਿਖਣਾ ਆਰੰਭ ਹੋਇਆ ਨਾ, ਉਹਨੂੰ ਤੁਸੀਂ ਕਰ ਸਕਦੇ ਹੋ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਇੱਕੋ ਹੀ ਪ੍ਰਵਿਰਤੀ ਦਾ ਲਿਟਰੇਚਰ ਲਿਖਿਆ ਜਾ ਰਿਹਾ ਹੋਏਗਾ, ਹੈ ਨਾ। ਕਿੰਨੇ ਸਾਲ ਹੋ ਗਏ, ਮਤਲਬ ਕਿ 850 ਤੋਂ ਲੈ ਕੇ ਹੁਣ 2021 ਚੱਲ ਰਿਹਾ ਹੈ। ਇੰਨੇ ਸਾਲਾਂ ਵਿੱਚ ਤੁਸੀਂ ਮੰਨ ਸਕਦੇ ਹੋ ਕਿ ਇੱਕੋ ਤਰ੍ਹਾਂ ਦਾ ਲਿਟਰੇਚਰ ਲਿਖਿਆ ਜਾਂਦਾ ਹੋਏਗਾ? ਨਹੀਂ ਨਾ, ਅਜਿਹਾ ਨਹੀਂ ਹੁੰਦਾ। ਕਿਉਂਕਿ ਕੋਈ ਵੀ ਲਿਟਰੇਚਰ ਹੁੰਦਾ ਹੈ ਜੋ ਆਪਣੇ ਸਮੇਂ ਦੇ ਸਮਾਜ ਦੀ ਉਪਜ ਹੁੰਦਾ। ਜਿਵੇਂ ਹੁਣ ਤੁਹਾਡੇ ਲਈ ਐਗਜ਼ਾਮਪਲ ਮੈਂ ਹੁਣ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਉਹਦੇ 'ਚੋਂ ਦਊਂਗੀ ਕਿ ਦੇਖੋ ਹੁਣ ਬਹੁਤ ਸਾਰੇ ਗੀਤ ਜਿਹੜੇ ਨੇ ਉਹ ਕਿਸਾਨ ਅੰਦੋਲਨ ਨਾਲ ਸੰਬੰਧਿਤ ਲਿਖੇ ਜਾਣੇ ਆਰੰਭ ਹੋ ਗਏ, ਕਿਉਂਕਿ ਹੁਣ ਸਮਾਜ ਇਸ ਵਿੱਚ ਜੋ ਹੈ ਇਹ ਬਹੁਤ ਵੱਡੀ ਇੱਕ ਕ੍ਰਾਂਤੀ ਦਾ ਸਮਾਂ ਚੱਲ ਰਿਹਾ। ਜਿਵੇਂ ਮਾਰਕਸਵਾਦ ਸੀਗਾ ਨਾ ਰੂਸ ਵਿੱਚ, ਕਾਰਲ ਮਾਰਕਸ ਨੇ ਆਰੰਭ ਕੀਤਾ ਸੀ ਮਾਰਕਸਵਾਦ, ਉਸੇ ਤਰ੍ਹਾਂ ਜੋ ਹੈ ਹੁਣ ਵੀ ਇੱਕ ਕ੍ਰਾਂਤੀ ਦਾ ਸਮਾਂ ਚੱਲ ਰਿਹਾ। ਅਤੇ ਅਜਿਹੀਆਂ ਗੱਲਾਂ ਨਾ ਨੈਚੁਰਲੀ ਲਿਟਰੇਚਰ ਵਿੱਚ ਆ ਜਾਂਦੀਆਂ ਨੇ, ਇਹਨਾਂ ਨੂੰ ਪਾਉਣ ਦੀ ਲੋੜ ਨਹੀਂ ਹੁੰਦੀ। ਜਿਸ ਤਰ੍ਹਾਂ ਦਾ ਵੀ ਸਮਾਂ ਚੱਲ ਰਿਹਾ ਹੁੰਦਾ ਹੈ ਉਹ ਲਿਟਰੇਚਰ ਵਿੱਚ ਆਪੇ ਹੀ ਆ ਜਾਂਦਾ ਹੈ। ਲਿਟਰੇਚਰ ਸਮੇਂ ਨੂੰ ਬਣਾਉਂਦਾ ਹੈ ਅਤੇ ਸਮਾਂ ਜੋ ਹੈ ਉਹ ਲਿਟਰੇਚਰ ਨੂੰ ਬਣਾਉਂਦਾ ਹੈ। ਸਾਹਿਤ ਦੇ ਇਤਿਹਾਸ ਦੀ ਕਾਲਵੰਡ ਜੋ ਹੈ ਨਾ ਉਹਨੂੰ ਡਾਕਟਰ ਮੋਹਨ ਸਿੰਘ ਜੋ ਹੈ ਉਹਦੇ 'ਚ 850 ਤੋਂ ਲੈ ਕੇ 1450 ਤੱਕ ਆਦਿਕਾਲ ਮੰਨਦਾ ਹੈ, ਜਿਹਦੇ 'ਚ ਨਾਥਾਂ ਜੋਗੀਆਂ ਦਾ ਸਮਾਂ ਆਉਂਦਾ ਹੈ। ਅਤੇ ਨਾਨਕ ਕਾਲ ਨੂੰ ਉਹ ਮੰਨਦਾ ਹੈ 1450 ਤੋਂ ਲੈ ਕੇ 1700 ਤੱਕ। ਇਹ ਬਾਕੀ ਉਹ ਸੇਮ ਮੰਨਦਾ ਹੈ, ਇਹ ਥੋੜ੍ਹਾ ਜਿਹਾ ਉਹਨਾਂ 'ਚ ਡਿਫਰੈਂਸ ਹੈ। ਹੁਣੇ ਬੇਟਾ ਜਿਵੇਂ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਤੁਸੀਂ ਮੰਨ ਸਕਦੇ ਹੋ ਕਿ ਇੱਕੋ ਤਰ੍ਹਾਂ ਦਾ ਲਿਟਰੇਚਰ ਲਿਖਿਆ ਜਾਂਦਾ ਰਿਹਾ ਹੋਏਗਾ ਇੰਨੇ ਸਾਲ ਤੋਂ। ਨਹੀਂ, ਅਜਿਹਾ ਨਹੀਂ ਹੁੰਦਾ। ਲਿਟਰੇਚਰ ਜੋ ਹੈ ਉਹਦੀਆਂ ਪ੍ਰਵਿਰਤੀਆਂ ਚੇਂਜ ਹੁੰਦੀਆਂ ਰਹਿੰਦੀਆਂ ਨੇ। ਕਦੇ ਕੋਈ ਪ੍ਰਵਿਰਤੀ ਤੂਲ ਫੜ ਲੈਂਦੀ ਹੈ, ਕਦੇ ਕੋਈ ਪ੍ਰਵਿਰਤੀ ਤੂਲ ਫੜ ਲੈਂਦੀ ਹੈ। ਵੈਸੇ ਅਸੀਂ ਅੱਜ ਜੋ ਟੋਪਿਕ ਕਰਨਾ ਸੀਗਾ ਉਹ ਮੱਧਕਾਲੀ ਪੰਜਾਬੀ ਕਾਵਿ ਤੋਂ ਕੀ ਭਾਵ ਹੈ ਅਤੇ ਇਸ ਦੀਆਂ ਮੂਲ ਪ੍ਰਵਿਰਤੀਆਂ ਕਿਹੜੀਆਂ ਹਨ, ਇਹੀ ਟੋਪਿਕ ਕਰਨਾ ਸੀ। ਪਰ ਵਿਸ਼ਾ ਥੋੜ੍ਹਾ ਜਿਹਾ ਚੇਂਜ ਹੋ ਰਿਹਾ, ਇਹਨੂੰ ਜੋ ਹੈ ਆਪਾਂ ਫਿਰ ਕਿਸੇ ਦਿਨ ਡਿਸਕਸ ਕਰਾਂਗੇ, ਪਰ ਥੋੜ੍ਹਾ ਜਿਹਾ ਟੱਚ ਤੇ ਜ਼ਰੂਰ ਹੋਏਗਾ ਇਹ ਵਿਚਕਾਰ, ਕਿਉਂਕਿ ਜੋ ਤੁਹਾਡਾ ਪਹਿਲਾ ਯੂਨਿਟ ਹੈ ਉਹਦੇ 'ਚ ਤੁਹਾਨੂੰ ਐਸੇ ਨਾਲ ਸੰਬੰਧਿਤ ਕੁਐਸਚਨ ਆਉਂਦਾ ਹੈ ਕਿ ਮੱਧਕਾਲੀ ਪੰਜਾਬੀ ਕਾਵਿ ਤੋਂ ਕੀ ਭਾਵ ਹੈ ਅਤੇ ਇਹਦੀਆਂ ਮੂਲ ਪ੍ਰਵਿਰਤੀਆਂ ਕਿਹੜੀਆਂ ਹਨ। ਹੁਣ ਮੱਧਕਾਲ ਤੋਂ ਕੀ ਭਾਵ ਹੈ? ਵਿਚਕਾਰਲਾ ਸਮਾਂ। ਮੱਧ ਮੀਨਸ ਮਿਡਲ, ਠੀਕ ਹੈ ਨਾ, ਮਿਡਲ ਪੀਰੀਅਡ। ਪੰਜਾਬੀ ਸਾਹਿਤ ਅਤੇ ਭਾਸ਼ਾ ਦਾ ਮੁੱਢਲਾ ਸਮਾਂ ਉਹ ਹੈ ਜਦੋਂ ਇਹ ਭਾਸ਼ਾ ਆਪਣੇ ਮੁੱਢਲੇ ਰੂਪ ਵਿੱਚ ਅੰਗੜਾਈਆਂ ਲੈ ਰਹੀ ਸੀ। ਮੁੱਢਲਾ ਸਮਾਂ ਕਿਹੜਾ? ਆਦਿਕਾਲ ਵਾਲਾ ਸਮਾਂ ਹੈ, ਜਦੋਂ ਇਹ ਭਾਸ਼ਾ, ਕਿਹੜੀ ਭਾਸ਼ਾ? ਪੰਜਾਬੀ ਭਾਸ਼ਾ ਆਪਣੇ ਸ਼ੁਰੂਆਤੀ ਰੂਪ ਵਿੱਚ ਅੰਗੜਾਈਆਂ ਲੈ ਰਹੀ ਸੀ। ਮਤਲਬ ਕਿ ਜਦੋਂ ਉੱਠਦਾ ਹੈ ਨਾ ਬੰਦਾ, ਜਿਵੇਂ ਉਸ ਵੇਲੇ ਉਹ ਅੰਗੜਾਈ ਲੈਂਦਾ ਹੈ, ਉਸੇ ਤਰ੍ਹਾਂ ਜੋ ਹੈ ਪੰਜਾਬੀ ਭਾਸ਼ਾ ਜਦੋਂ ਇਹਨੇ ਖੜ੍ਹੇ ਹੋਣਾ ਸੀਗਾ, ਪੰਜਾਬੀ ਭਾਸ਼ਾ ਨੇ ਉਹਦੇ ਤੋਂ ਪਹਿਲਾਂ ਇਹ ਅੰਗੜਾਈਆਂ ਲੈ ਰਹੀ ਸੀ। ਇਸ ਸਮੇਂ ਪੰਜਾਬੀ ਦਾ ਮੁਹਾਂਦਰਾ ਅਜੇ ਨਿਖਰਿਆ ਨਹੀਂ ਸੀ, ਠੀਕ ਹੈ ਨਾ। ਜਦੋਂ ਬੰਦਾ ਸੌਂਦਾ ਉੱਠਦਾ ਹੈ ਉਸ ਵੇਲੇ ਉਹਦਾ ਕੋਈ ਮੁਹਾਂਦਰਾ ਉਸ ਵੇਲੇ ਕੋਈ ਨਿਖਰਿਆ ਨਹੀਂ ਹੁੰਦਾ।
ਜਦੋਂ ਉੱਠ ਕੇ ਮੂੰਹ ਹੱਥ ਧੋਏਗਾ ਉਸੇ ਵੇਲੇ ਨਿਖਰਦਾ ਹੈ ਨਾ ਉਹਦਾ ਮੁਹਾਂਦਰਾ। ਐਸੀ ਤਰ੍ਹਾਂ ਪੰਜਾਬੀ ਭਾਸ਼ਾ ਉਸ ਵੇਲੇ ਅੰਗੜਾਈਆਂ ਲੈ ਰਹੀ ਸੀ, ਉਹਦਾ ਮੁਹਾਂਦਰਾ ਕੋਈ ਨਿਖਰਿਆ ਹੋਇਆ ਨਹੀਂ ਸੀ। ਕਿਹੜੇ ਵੇਲੇ? ਆਦਿਕਾਲ। ਠੀਕ ਹੈ ਨਾ। ਪੰਜਾਬੀ ਭਾਸ਼ਾ ਜਦੋਂ ਸਾਹਿਤ ਵਿੱਚ ਪ੍ਰਵੇਸ਼ ਕਰਦੀ ਹੈ ਉਸ ਸਮੇਂ ਤੋਂ ਲੈ ਕੇ ਫਿਰ ਹੁਣ ਤੱਕ ਦਾ ਜਿਹੜਾ ਸਮਾਂ ਹੈ ਉਹ ਆਧੁਨਿਕ ਯੁੱਗ ਤੱਕ ਦਾ ਸਮਾਂ ਮੰਨ ਲਿਆ ਜਾਂਦਾ ਹੈ। ਇਹਦੇ ਵਿੱਚ ਵੀ ਪਰ ਬੇਟਾ ਜਿਵੇਂ ਹੁਣੇ ਤੁਹਾਨੂੰ ਪਹਿਲਾਂ ਦੱਸਿਆ ਕਾਲਵੰਡ ਕੀਤੀ ਗਈ ਹੈ ਵੱਖ ਵੱਖ ਤਰ੍ਹਾਂ ਦੀ। ਜਿਵੇਂ ਆਦਿਕਾਲ ਤੋਂ ਬਾਅਦ ਸੁਨਹਿਰੀ ਕਾਲ ਆ ਜਾਂਦਾ ਹੈ, ਜਿਹਨੂੰ ਆਪਾਂ ਮੱਧਕਾਲੀ ਕਾਲ ਵੀ ਜਾਂ ਗੁਰੂ ਨਾਨਕ ਕਾਲ ਵੀ ਕਹਿ ਲੈਂਦੇ ਹਾਂ, ਜਿਹਦੇ ਨਾਲ ਸੰਬੰਧਿਤ ਸਾਡਾ ਪੇਪਰ ਹੈ। ਉਹਦੇ ਤੋਂ ਬਾਅਦ ਮੁਗਲ ਰਾਜ ਦੀ ਅਧੋਗਤੀ ਦਾ ਸਮਾਂ ਆ ਜਾਂਦਾ ਹੈ, ਫਿਰ ਮਹਾਰਾਜਾ ਰਣਜੀਤ ਸਿੰਘ ਦਾ, ਅਤੇ ਫਿਰ ਆਧੁਨਿਕ ਕਾਲ। ਪੰਜਾਬੀ ਸਾਹਿਤ ਦਾ ਆਦਿਕਾਲ ਆਮ ਤੌਰ 'ਤੇ 9ਵੀਂ ਸਦੀ ਤੋਂ ਲੈ ਕੇ 1500 ਈਸਵੀ ਤੱਕ ਦਾ ਕਾਲ ਮੰਨਿਆ ਜਾਂਦਾ ਹੈ। ਕਦੋਂ ਤੋਂ ਲੈ ਕੇ ਆਦਿਕਾਲ ਦੀ ਦੇਖੋ ਹੁਣ ਤੁਹਾਨੂੰ ਮੇਰੇ ਹਿਸਾਬ ਨਾਲ ਤੇ ਹੁਣ ਤੱਕ ਬਹੁਤ ਅੰਦਰ ਤੱਕ ਬੈਠ ਗਈ ਹੋਏਗੀ ਗੱਲ, ਆਪਾਂ ਬਾਰ-ਬਾਰ ਕਰ ਲਈ ਕਿ ਆਦਿਕਾਲ ਕਿਹੜਾ ਹੈ 9ਵੀਂ ਸਦੀ ਤੋਂ ਲੈ ਕੇ 1500 ਈਸਵੀ ਤੱਕ। ਇਸ ਸਮੇਂ ਦੌਰਾਨ ਪੰਜਾਬ ਉੱਤੇ ਅਰਬਾਂ, ਗਜਨਵੀਆਂ, ਤੁਰਕਾਂ, ਸੁਲਤਾਨਾਂ, ਖਿਲਜੀਆਂ ਦੇ ਪੰਜਾਬ ਉੱਤੇ ਹਮਲੇ ਹੋਏ ਅਤੇ ਮੁਸਲਮਾਨ ਸ਼ਾਸਕਾਂ ਨੇ ਭਾਰਤ ਵਿੱਚ ਆਪਣੇ ਰਾਜ ਦੀ ਸਥਾਪਤੀ ਕੀਤੀ। ਮੱਧਕਾਲੀ ਪੰਜਾਬੀ ਸਾਹਿਤ ਵਿੱਚ ਜਿੱਥੇ ਗੁਰਮਤਿ ਕਾਵਿ, ਸੂਫੀ ਕਾਵਿ, ਕਿੱਸਾ ਕਾਵਿ ਅਤੇ ਬੀਰਸੀ ਕਾਵਿ ਪ੍ਰਮੁੱਖ ਕਾਵਿ ਧਾਰਾਵਾਂ ਹਨ, ਉੱਥੇ ਭਗਤੀ ਕਾਵਿ ਵੀ ਇਹਦੇ 'ਚ ਜੋ ਹੈ ਇੱਕ ਪ੍ਰਮੁੱਖ ਕਾਵਿ ਧਾਰਾ ਹੈ। ਦੇਖੋ ਬੇਟਾ ਅਸੀਂ ਗੱਲ ਕਰ ਰਹੇ ਸੀਗੇ, ਵੀਡੀਓ ਜੋ ਹੈ ਵਿੱਚ ਬੰਦ ਹੋ ਗਈ ਸੀ, ਇਸ ਲਈ ਜੋ ਹੈ ਥੋੜਾ ਲਿੰਕ ਟੁੱਟ ਗਿਆ, ਪਰ ਚਲੋ ਕੋਈ ਨਹੀਂ। ਆਪਾਂ ਇਹ ਗੱਲ ਕਰ ਰਹੇ ਸੀ ਕਿ ਜੋ ਭਗਤੀ ਕਾਵਿਧਾਰਾ ਹੈ ਨਾ ਉਹਦੇ 'ਚ ਜਿਹੜੇ ਅੰਸ਼ ਨੇ ਉਹ ਗੁਰਮਤਿ ਕਾਵਿਧਾਰਾ ਦੇ, ਸੂਫੀ ਕਾਵਿਧਾਰਾ ਦੇ ਅਤੇ ਹਿੰਦੂ ਧਰਮ ਪਰੰਪਰਾਵਾਂ ਦੇ ਅੰਸ਼ ਉਹਦੇ 'ਚ ਵੇਖਣ ਨੂੰ ਮਿਲਦੇ ਨੇ। ਕਿ ਇਹਦੇ 'ਚ ਭਗਤੀ ਕਾਵਿਧਾਰਾ 'ਚ ਅਤੇ 15 ਭਗਤਾਂ ਨੂੰ ਓਥੈਂਟਿਕ ਮੰਨਿਆ ਗਿਆ ਹੈ। ਉਹਨਾਂ ਨੂੰ ਓਥੈਂਟਿਕ ਕਿਉਂ ਮੰਨਿਆ ਗਿਆ ਹੈ? ਕਿਉਂਕਿ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੀ ਬਾਣੀ ਨੂੰ ਗੁਰਮਤਿ ਦੇ ਅਨੁਸਾਰ ਮੰਨ ਕੇ ਉਹਨਾਂ ਦੀ ਬਾਣੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਥਾਂ ਦਿੱਤੀ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਐਡ ਕਰਾਇਆ ਅਤੇ ਉਹਨਾਂ ਭਗਤ ਕਵੀਆਂ ਨੂੰ ਹਮੇਸ਼ਾ ਲਈ ਅਮਰ ਕਰ ਦਿੱਤਾ। ਅਤੇ ਇਹ ਭਗਤ ਕਵੀ ਬੇਟਾ ਤੁਸੀਂ ਇਹਨਾਂ ਦੇ ਨਾਮ ਤੁਸੀਂ ਜਾਣਦੇ ਹੋ ਕਿਉਂਕਿ ਤੁਹਾਡੇ ਕੋਲ ਲੱਗੇ ਹੋਏ ਨੇ। ਭਗਤ ਕਬੀਰ ਹੈ, ਬਾਬਾ ਫਰੀਦ ਨੇ, ਰਵਿਦਾਸ ਹੈ, ਧੰਨਾ ਹੈ, ਸੈਣ ਹੈ, ਨਾਮਦੇਵ ਹੈ, ਬਹੁਤ ਸਾਰੇ ਭਗਤ ਕਵੀ ਨੇ, ਪੀਪਾ ਹੈ। ਅਤੇ ਇਹ ਜਿਹੜੇ ਸਾਰੇ ਭਗਤ ਕਵੀ ਨੇ ਨਾ ਇਹਨਾਂ ਨੂੰ ਵੀ ਅੱਗੇ ਦੋ ਦਰਜਾਬੰਦੀ ਇਹਨਾਂ ਦੀ ਦੋ ਤਰ੍ਹਾਂ ਨਾਲ ਕੀਤੀ ਗਈ ਸੀਗੀ, ਇੱਕ ਨਿਰਗੁਣ ਅਤੇ ਇੱਕ ਸਰਗੁਣ। ਨਿਰਗੁਣ ਦਾ ਮਤਲਬ ਹੁੰਦਾ ਹੈ ਜਦੋਂ ਪਰਮਾਤਮਾ ਦੀ ਭਗਤੀ ਨੂੰ, ਪਰਮਾਤਮਾ ਨੂੰ ਨਿਰਾਕਾਰ ਮੰਨ ਕੇ ਭਗਤੀ ਕੀਤੀ ਜਾਏਗੀ। ਪਰਮਾਤਮਾ ਦਾ ਕੋਈ ਆਕਾਰ ਨਹੀਂ ਹੈ, ਜਿਵੇਂ ਬਾਬਾ ਨੇ ਭਗਤ ਕਬੀਰ ਕਹਿੰਦੇ ਨੇ ਨਾ, ਅਵਲ ਅਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਕਿ ਸਾਰਿਆਂ ਦੇ ਵਿੱਚ ਰੱਬ ਵਸਦਾ ਹੈ। ਇਹ ਨਹੀਂ ਹੈ ਕਿ ਪਰਮਾਤਮਾ ਦੀ ਕੋਈ ਖਾਸ ਕੋਈ ਮੂਰਤ ਹੈ, ਸਾਰਿਆਂ 'ਚ ਰੱਬ ਵਸਦਾ ਹੈ। ਅਤੇ ਇੱਕ ਕੁਛ ਜਿਹੜੇ ਭਗਤ ਕਵੀ ਨੇ ਉਹ ਸਰਗੁਣ ਸਾਹਿਤ ਉਹਨਾਂ ਦਾ ਮੰਨਿਆ ਜਾਂਦਾ ਹੈ। ਜਿਵੇਂ ਜਿਹੜੇ ਭਗਤ ਕਵੀ ਸਿਰਫ ਰਾਮ ਅਤੇ ਕ੍ਰਿਸ਼ਨ ਨੂੰ ਸਹੀ ਮੰਨ ਕੇ, ਮਤਲਬ ਕਿ ਉਹਨਾਂ ਦੀ ਮੂਰਤੀ ਨੂੰ ਰੱਬ ਮੰਨ ਕੇ ਲਿਟਰੇਚਰ ਲਿਖਦੇ ਰਹੇ, ਜਿਹਦੇ ਵਿੱਚ ਮੀਰਾ ਬਾਈ ਅਤੇ ਸੂਰਦਾਸ ਦਾ ਨਾਮ ਪ੍ਰਮੁੱਖ ਹੈ। ਪਰ ਆਮ ਤੌਰ 'ਤੇ ਸੂਰਦਾਸ ਜੀ ਦਾ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ, ਅਜਿਹੀ ਕੋਈ ਗੱਲ ਨਹੀਂ। ਬੇਸ਼ੱਕ ਉਹ ਸਰਗੁਣ ਭਗਤੀ ਨਾਲ ਸੰਬੰਧਿਤ ਸੀਗੇ, ਪਰ ਬਹੁਤਾ ਕਰਕੇ ਜੋ ਹੈ ਨਿਰਗੁਣ ਭਗਤੀ ਨਾਲ ਸੰਬੰਧਿਤ ਕਵੀਆਂ ਦੀ ਹੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਹੁਣ ਅਸੀਂ ਅੱਗੇ ਗੱਲ ਕਰ ਲਈਏ ਕਿ ਨਿਰਗੁਣ ਭਗਤੀ ਉਪਾਸਨਾ ਦੀ ਇੱਕ ਪੱਧਤੀ ਹੈ। ਇਸ ਵਿੱਚ ਪਰਮਾਤਮਾ ਦੇ ਨਿਰਗੁਣ ਸਰੂਪ ਦੀ ਉਪਾਸਨਾ ਕੀਤੀ ਜਾਂਦੀ ਹੈ ਅਤੇ ਮੱਧਕਾਲ ਵਿੱਚ ਇਸ ਦਾ ਪੁਨਰ ਜਨਮ ਹੁੰਦਾ ਹੈ। ਮੱਧਕਾਲ ਤੋਂ ਪਹਿਲਾਂ ਵੀ ਇਹ ਹੋਂਦ ਵਿੱਚ ਸੀਗੀ ਅਤੇ ਮੱਧਕਾਲ ਵਿੱਚ ਜੋ ਹੈ ਇਹਦਾ ਦੁਬਾਰੇ ਪੁਨਰ ਜਨਮ ਕਿਉਂ ਹੁੰਦਾ ਹੈ? ਕਿਉਂਕਿ ਇਹਦੇ ਤੋਂ ਪਹਿਲਾਂ ਜੋ ਹੈ ਹਿੰਦੂ ਧਰਮ ਗ੍ਰੰਥਾਂ ਵਿੱਚ ਇਸ ਤਰ੍ਹਾਂ ਦੀ ਗੱਲ ਕੀਤੀ ਗਈ ਸੀ ਅਤੇ ਮੁਸਲਮਾਨ ਲੋਕ ਵੀ ਜਿਹੜੇ ਸੀਗੇ ਉਹ ਵੀ ਇੱਕ ਨਿਰਗੁਣ ਭਗਤੀ ਨੂੰ ਹੀ, ਨਿਰਗੁਣ ਨਿਰਾਕਾਰ ਪਰਮਾਤਮਾ ਨੂੰ ਹੀ
ਮੰਨਦੇ ਸੀ। ਸਾਹਿਤ ਦਾ ਸੰਬੰਧ ਸਮੇਂ ਨਾਲ ਹੁੰਦਾ ਹੈ। ਮੱਧਕਾਲੀ ਕਵਿਤਾ ਸਰੂਪ ਵਜੋਂ ਧਾਰਮਿਕ ਹੈ, ਕਿਉਂਕਿ ਉਹ ਅਜਿਹਾ ਕਾਲ ਸੀ ਜਦੋਂ ਧਰਮ ਦਾ ਪ੍ਰਭਾਵ ਬਹੁਤ ਜ਼ਿਆਦਾ ਸੀ। ਸਾਹਿਤ ਦਾ ਸੰਬੰਧ ਹਮੇਸ਼ਾ ਸਮੇਂ ਨਾਲ ਹੁੰਦਾ ਹੈ। ਸਮਾਂ ਸਾਹਿਤ ਨੂੰ ਬਣਾਉਂਦਾ ਹੈ ਅਤੇ ਸਾਹਿਤ ਸਮੇਂ ਨੂੰ ਬਣਾਉਂਦਾ ਹੈ। ਅਤੇ ਮੱਧਕਾਲੀ ਜਿਹੜੀ ਪੋਇਟਰੀ ਹੈ, ਜਿਹੜਾ ਤੁਹਾਡੇ ਪੇਪਰ ਦਾ ਹੀ ਨਾਮ ਹੈ ਮੱਧਕਾਲ, ਇਹਦੀ ਜਿਹੜੀ ਪੋਇਟਰੀ ਹੈ ਉਹ ਸਰੂਪ ਵਜੋਂ ਧਾਰਮਿਕ ਹੈ, ਟੋਟਲੀ ਧਾਰਮਿਕ ਹੈ, ਕਿਉਂਕਿ ਇਹ ਅਜਿਹਾ ਸਮਾਂ ਸੀ ਜਦੋਂ ਧਰਮ ਦਾ ਪ੍ਰਚਾਰ ਜੋ ਹੈ ਬਹੁਤ ਜ਼ਿਆਦਾ ਸੀਗਾ। ਅਤੇ ਇੱਕ ਲੇਖਕ ਸਾਹਿਤ ਅਤੇ ਸਮੇਂ ਦੇ ਸੰਬੰਧ ਨੂੰ ਪ੍ਰਗਟ ਕਰਦੇ ਹੋਏ ਕੀ ਲਿਖਦੇ ਨੇ ਕਿ ਚੰਗੇ ਭਗਤ ਕਵੀ ਉਸ ਸਮੇਂ ਦੇ ਸਮਾਜਿਕ ਹਾਲਾਤ ਦੀ ਦੇਣ ਹਨ। ਜਿਹੜੇ ਭਗਤ ਕਵੀ ਨੇ ਨਾ ਬੇਟਾ, ਕਬੀਰ, ਰਵਿਦਾਸ, ਨਾਮਦੇਵ, ਧੰਨਾ ਆਦਿ, ਉਹ ਸਾਨੂੰ ਕਿਵੇਂ ਮਿਲੇ? ਕਿਉਂਕਿ ਉਸ ਵੇਲੇ ਦਾ ਸਮਾਜ ਅਜਿਹਾ ਸੀਗਾ ਕਿ ਉਸ ਵੇਲੇ ਦੀ ਜਿਹੜੀ ਸਮਾਜਿਕ ਹਾਲਾਤ ਸੀਗੇ, ਉਹਨਾਂ ਭਗਤ ਕਵੀਆਂ ਦੇ ਵਿਚਾਰਾਂ ਨੂੰ ਪੈਦਾ ਕੀਤਾ। ਬਹੁਤ ਸਾਰੇ ਵਿਦਵਾਨ ਕੀ ਮੰਨਦੇ ਨੇ ਕਿ ਭਗਤ ਕਵੀਆਂ ਨੂੰ ਸਮਾਜਿਕ ਹਾਲਾਤ ਨੇ ਬਣਾਇਆ ਅਤੇ ਭਗਤ ਕਵੀਆਂ ਨੇ ਸਮਾਜ ਨੂੰ ਆਪਣੇ ਢੰਗ ਨਾਲ ਪ੍ਰਭਾਵਿਤ ਕੀਤਾ। ਪਿੱਛੇ ਇਹ ਗੱਲ ਹੋ ਗਈ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਟੋਟਲ 36 ਮਹਾਂਪੁਰਖਾਂ ਦੀ ਬਾਣੀ ਹੈ, ਅਸੀਂ ਇਹਨੂੰ ਰਿਪੀਟ ਨਹੀਂ ਕਰਾਂਗੇ। ਅਤੇ ਜਿਹਦੇ 'ਚ 15 ਭਗਤ ਨੇ, ਅਤੇ ਭਗਤ ਜਿਹੜੇ ਨੇ ਆਮ ਤੌਰ 'ਤੇ ਨੀਵੀਆਂ ਜਾਤਾਂ ਨਾਲ ਸੰਬੰਧਿਤ ਸੀਗੇ, ਜਿਹਦੇ 'ਚ ਕਬੀਰ, ਰਵਿਦਾਸ, ਨਾਮਦੇਵ, ਧੰਨਾ, ਹੁਣ ਤੱਕ ਤੁਹਾਨੂੰ ਇਹਨਾਂ ਦੇ ਨਾਮ ਯਾਦ ਹੋ ਗਏ ਹੋਣਗੇ, ਨੀਵੀਆਂ ਜਾਤਾਂ ਨਾਲ ਸੰਬੰਧਿਤ ਸੀਗੇ। ਅਤੇ ਉਸ ਸਮੇਂ ਉਹ ਅਜਿਹਾ ਸਮਾਂ ਸੀ, ਅਜਿਹਾ ਸਮਾਜ ਸੀ ਉਸ ਵੇਲੇ ਜਦੋਂ ਸ਼ੂਦਰ ਲੋਕਾਂ ਨੂੰ ਤਾਂ ਭਗਤੀ ਕਰਨ ਦਾ ਅਧਿਕਾਰ ਹੀ ਨਹੀਂ ਸੀਗਾ। ਅਤੇ ਉਸ ਵੇਲੇ ਜੋ ਹੈ ਇਹਨਾਂ ਭਗਤ ਕਵੀਆਂ ਨੇ ਅਜਿਹੇ ਸਮਾਜ ਦੇ ਵਿਰੁੱਧ, ਅਜਿਹੇ ਧਰਮ ਦੇ ਵਿਰੁੱਧ ਆਵਾਜ਼ ਉਠਾਈ ਅਤੇ ਆਪਣੇ ਹੱਕ ਨੂੰ ਅਤੇ ਪਰਮਾਤਮਾ ਦੇ ਨਾਮ ਜਪਣ ਨੂੰ ਆਪਣਾ ਹੱਕ ਮੰਨਿਆ, ਨੂੰ ਆਪਣਾ ਹੱਕ ਬਣਾਇਆ। ਭਗਤੀ ਕਾਵਿ ਲਈ ਪੁਰਾਤਨ ਕਾਲ ਦੀਆਂ ਰਚਨਾਵਾਂ ਨੇ ਅਤੇ ਜੇਕਰ ਅਸੀਂ ਗੱਲ ਕਰ ਲਈਏ ਕਿ ਭਗਤੀ ਕਾਵਿ ਜੋ ਹੈ ਉਹ ਕਿਵੇਂ ਹੋਣ ਦੀ ਚਾਹਿਆ, ਉਹਦੇ ਲਈ ਨਾ ਬੇਟਾ, ਉਹਦੇ ਤੋਂ ਪਹਿਲਾਂ ਜਿਹੜੇ ਵੇਦ ਪੰਜਾਬ ਵਿੱਚ ਚੱਲ ਰਹੇ ਸੀਗੇ ਨਾ, ਜਿਹਦੇ ਆਧਾਰ 'ਤੇ ਬ੍ਰਾਹਮਣ ਲੋਕ ਆਪਣੇ ਧਰਮ ਦਾ ਉਹਨਾਂ ਨੇ ਬਹੁਤ ਵੱਡਾ ਪ੍ਰੋਪੇਗੈਂਡਾ ਬਣਾਇਆ ਹੋਇਆ ਸੀਗਾ। ਉਸੇ ਦੇ ਆਧਾਰ ਤੇ ਨਹੀਂ ਅਸੀਂ ਕਵਾਂਗੇ, ਉਸੇ ਦੇ ਵਿਪਰੀਤ, ਉਸੇ ਦੇ ਵਿਰੋਧ ਵਿੱਚ ਬੋਲਾਂਗੇ ਅਸੀਂ, ਉਸੇ ਦੇ ਵਿਰੋਧ ਵਿੱਚ ਭਗਤ ਕਵੀਆਂ ਦੀ ਜਿਹੜੀ ਬਾਣੀ ਹੈ ਉਹ ਹੋਣ ਦੀ ਚਾਹੀ। ਧਾਰਮਿਕ ਭਾਵਨਾਵਾਂ ਵਾਲੀ ਕਵਿਤਾ ਪੁਰਾਤਨ ਕਾਲ ਵਿੱਚ ਰਚੀ ਗਈ ਸੀ। ਭਗਤੀ ਦੀ ਭਾਵਨਾ ਵੱਖ-ਵੱਖ ਸਮਿਆਂ ਵਿੱਚ ਲੋਕਾਂ ਅੰਦਰ ਮੌਜੂਦ ਰਹਿੰਦੀ ਹੈ ਅਤੇ ਕੇਵਲ ਉਹਦਾ ਸਰੂਪ ਬਦਲਦਾ ਰਹਿੰਦਾ। ਮਤਲਬ ਕਿ ਭਗਤੀ ਦੀ ਜਿਹੜੀ ਧਾਰਨਾ ਹੈ ਨਾ, ਉਹ ਸਭ ਦੇ ਅੰਦਰ ਹਮੇਸ਼ਾ ਹੀ ਕਾਇਮ ਰਹਿੰਦੀ ਹੈ, ਪਰ ਉਹਦਾ ਜਿਹੜਾ ਸਰੂਪ ਹੈ ਨਾ ਉਹ ਵੱਖ-ਵੱਖ ਤਰ੍ਹਾਂ ਦਾ ਹੁੰਦਾ ਹੈ। ਜਿਵੇਂ ਬ੍ਰਾਹਮਣਾਂ ਦੇ ਅੰਦਰ ਜੋ ਹੈ ਕਰਮਕਾਂਡਾਂ ਨਾਲ ਸੰਬੰਧਿਤ ਸੀਗਾ, ਪਰ ਭਗਤ ਕਵੀਆਂ ਨੇ ਉਹਨੂੰ ਜੋ ਹੈ ਨਿਰਗੁਣ ਭਗਤੀ ਨਾਲ ਜੋੜਿਆ। ਵੀਡੀਓ ਬਹੁਤ ਲੰਬੀ ਹੋ ਗਈ ਹੈ ਅਤੇ ਲਾਸਟ 'ਚ ਆਪਾਂ ਇਹ ਗੱਲ ਕਰਨੀ ਹੈ ਕਿ ਇਹਨਾਂ ਦੀ ਜਿਹੜੀ ਭਗਤ ਕਵੀਆਂ ਦੀ ਜਿਹੜੀ ਬਾਣੀ ਹੈ ਉਸ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਅਰਜਨ ਦੇਵ ਜੀ ਨੇ ਐਡ ਕੀਤਾ ਅਤੇ ਇਹਨਾਂ ਭਗਤ ਕਵੀਆਂ ਨੂੰ ਹਮੇਸ਼ਾ ਲਈ ਅਮਰ ਬਣਾ ਦਿੱਤਾ। ਬਾਕੀ ਗੱਲਾਂ ਜੋ ਹੈ ਅਸੀਂ ਅਗਲੀ ਵੀਡੀਓ 'ਚ ਕਰਾਂਗੇ। ਅਤੇ ਓਕੇ ਬੇਟਾ, ਥੈਂਕ ਯੂ, ਧੰਨਵਾਦ।